ਅਸੀਂ ਯਿਸੂ ਦੇ, ਅਸੀਂ ਹਾਂ ਗਵਾਹ ਯਿਸੂ ਦੇ। ਸਾਰਿਆਂ ਨੂੰ ਜੈਮਸੀ ਦੀ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਗਵਾਹ ਯਿਸੂ ਦੇ ਵਿੱਚ। ਸੋ ਜਿਸ ਤਰ੍ਹਾਂ ਬਾਈਬਲ ਦੇ ਵਿੱਚ ਲਿਖਿਆ ਕਿ ਤੂੰ ਮੈਨੂੰ ਨਹੀਂ ਚੁਣਿਆ, ਮੈਂ ਤੈਨੂੰ ਚੁਣਿਆ ਤੇ ਠਹਿਰਾਇਆ ਕਿ ਤੂੰ ਫਲ ਲੈ ਕੇ ਆਏ। ਅੱਜ ਇਸੇ ਤਰ੍ਹਾਂ ਨਾਲ ਹੀ ਅਸੀਂ ਤੁਹਾਨੂੰ ਇੱਕ ਐਸੇ ਗਵਾਹ ਦੇ ਨਾਲ, ਇੱਕ ਐਸੇ ਪਰਮੇਸ਼ਰ ਦੇ ਦਾਸ ਨਾਲ ਮਿਲਾਵਾਂਗੇ ਜਿਨ੍ਹਾਂ ਨੂੰ ਪਰਮੇਸ਼ਰ ਨੇ ਆਪਣੀ ਮਹਿਮਾ ਦੇ ਲਈ ਚੁਣਿਆ, ਆਪਣੀ ਸੇਵਕਾਈ ਦੇ ਲਈ ਚੁਣਿਆ, ਔਰ ਅੱਜ ਉਹ ਪਰਮੇਸ਼ਰ ਦਾ ਕੰਮ ਜੋਰਾਂ ਸ਼ੋਰਾਂ ਦੇ ਨਾਲ ਕਰ ਰਹੇ ਆ। ਆइए ਅਸੀਂ ਮਿਲਾਂਗੇ ਪਰਮੇਸ਼ਰ ਦੇ ਦਾਸ अपोस्टल डॉक्टर वी.एम. गिल जी के नाल। जैमसी की पास्टर जी। जैमसी की जी, प्रभु आपको बहुत बहुत बरकत दे। पास्टर जी स्वागत है ਤੁਹਾਡਾ ਪ੍ਰੋਗਰਾਮ ਗਵਾਹ ਯਿਸੂ ਦੇ ਵਿੱਚ। थैंक यू जी, प्रभु आपको बहुत बहुत बरकत दे। ਪਾਸਟਰ ਜੀ ਸਭ ਤੋਂ ਪਹਿਲੇ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਦਰਸ਼ਕਾਂ ਨੂੰ ਆਪਣਾ ਇੰਟਰੋਡਕਸ਼ਨ ਦਿਓ, ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਔਰ ਕਿੱਥੇ ਸੇਵਕਾਈ ਕਰਦੇ ਹੋ। ਸਭ ਨੂੰ ਜੈਮਸੀ ਦੀ ਜਿੰਨੇ ਵੀ ਗਵਾਹ ਯਿਸੂ ਦੀ ਟੀਮ ਨੂੰ ਔਰ ਜਿੰਨੇ ਵੀ ਮੇਰੀ ਗਵਾਹੀ ਨੂੰ ਸੁਣ ਰਹੇ ਨੇ, ਸੋ ਸਭ ਨੂੰ ਮੇਰੇ ਵੱਲੋਂ ਜੈਮਸੀ ਦੀ। ਸੋ ਮੈਂ ਤੁਹਾਨੂੰ ਆਪਣੀ ਜ਼ਿੰਦਗੀ ਬਾਰੇ ਦੱਸਣਾ ਚਾਹੁੰਦਾ ਹਾਂ ਕਿ ਮੇਰਾ ਨਾਮ प्रेरित डॉक्टर V.M. गिल है। डॉक्टर इस करके क्योंकि मैं क्लीनिक चलाना हूँ, मैं एक डॉक्टर हाँ। जिस तरह परमेश्वर ने यीशु मसीह का चेला जड़ा डिसाइपल सी लूका, वो भी एक वैद सी, सो वो भी यीशु मसीह का चेला सी। इस तरह मैं भी हाले वैद का भी नाल काम करता हाँ, डॉक्टर हाँ। और प्रभु ने मैंने अपनी सेवा के वास्ते चुनिया है। सो गुरदासपुर के विच पिंड पीरां बाग है, यही साडा नगर, इस तरह मैं रहने वाला हाँ। तो इस जगह पर ही ਜਿਹੜਾ ਹੈ ਪ੍ਰਭੂ ਨੇ ਸਾਨੂੰ ਆਪਣੀ ਸੇਵਾ ਦੇ ਵਾਸਤੇ ਖੜਾ ਕੀਤਾ ਹੈ। ਇਸ ਜਗ੍ਹਾ 'ਤੇ ਭਵਨ ਬਣਿਆ ਹੈ, ਇਸ ਜਗ੍ਹਾ 'ਤੇ ਪ੍ਰਭੂ ਮੈਨੂੰ ਆਪਣੀ ਸੇਵਾ ਦੇ ਵਾਸਤੇ ਖੜਾ ਕੀਤਾ ਹੈ। ਪ੍ਰਭੂ ਦੀ ਸੇਵਾ ਮੈਂ ਕਰ ਰਿਹਾ ਹਾਂ। ਸੋ ਪਾਸਟਰ ਜੀ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਮਸੀਹ 'ਚ ਆਉਣ ਤੋਂ ਪਹਿਲੇ ਤੁਹਾਡੀ ਲਾਈਫ ਕਿੱਦਾਂ ਦੀ ਸੀ। ਸੋ ਮਸੀਹ ਤੋਂ ਆਉਣ ਤੋਂ ਪਹਿਲੇ ਮੈਂ ਤੁਹਾਨੂੰ ਆਪਣੀ ਜ਼ਿੰਦਗੀ ਦੇ ਬਾਰੇ ਦੱਸਾਂ ਤਾਂ ਮੇਰੀ ਜ਼ਿੰਦਗੀ ਬਹੁਤ ਹੀ ਬੁਰੀ ਸੀ, ਕਿਉਂਕਿ ਬਾਈਬਲ ਦੱਸਦੀ ਹੈ ਕਿ ਪਰਮੇਸ਼ਵਰ ਨੇ ਮੂਰਖਾਂ ਨੂੰ ਚੁਣਿਆ। ਪਹਿਲਾ ਕਰੰਥੀਆਂ ਉਸਦੀ 1 ਅਧਿਆਏ ਉਸਦੀ 27 ਵਚਨ 'ਚ ਲਿਖਿਆ ਕਿ ਪਰਮੇਸ਼ਰ ਨੇ ਮੂਰਖਾਂ ਨੂੰ ਚੁਣਿਆ ਤਾਂ ਕਿ ਬੁੱਧਵਾਨ ਲੱਜਿਆਵਾਨ ਹੋਣ। ਪਰਮੇਸ਼ਰ ਨੇ ਨਿਰਬਲਾਂ ਨੂੰ ਚੁਣਿਆ ਤਾਂ ਕਿ ਬਲਵੰਤ ਜਿਹੜੇ ਨੇ ਉਹ ਲੱਜਿਆਵਾਨ ਹੋਣ। ਸੋ ਪਰਮੇਸ਼ਰ ਨੇ ਮੈਨੂੰ ਮੂਰਖ ਨੂੰ, ਮੈਂ ਬਹੁਤ ਹੀ ਵੱਡਾ ਮੂਰਖ ਸੀ, ਬਹੁਤ ਵੱਡਾ ਮੂਰਖ, ਬਹੁਤ ਵੱਡਾ ਜਿਹੜਾ ਮਹਾਪਾਪੀ ਸੀ। ਤਰ੍ਹਾਂ ਖੁਦਾਵੰਦ ਦਾ ਦਾਸ ਪ੍ਰੇਰਿਤ ਪਲੂਸ ਜੀ ਕਹਿੰਦੇ ਨੇ ਕਿ ਮੈਂ ਮਹਾਪਾਪੀ ਹਾਂ। ਸੋ ਮੈਂ ਵੀ ਉਹਨਾਂ ਮਹਾਪਾਪੀਆਂ ਦੇ ਵਿੱਚੋਂ ਸੀ। ਮੈਂ ਬਹੁਤ ਹੀ ਪਾਪੀ ਸੀ, ਮੈਂ ਬਹੁਤ ਜ਼ਿਆਦਾ ਸ਼ਰਾਬ ਪੀਣ ਵਾਲਾ, ਡਰਿੰਕ ਕਰਨ ਵਾਲਾ, ਪਾਪ ਦੇ ਵਿੱਚ ਫਸਿਆ ਹੋਇਆ ਇੱਕ ਇਨਸਾਨ ਸੀ। ਔਰ ਮੈਂ ਜਿਹੜਾ ਸੀ ਬਚਪਨ ਤੋਂ ਹੀ, ਚਾਹੇ ਮੈਂ ਬੋਰਨ ਕ੍ਰਿਸਚਨ ਹਾਂ, ਮੈਂ ਬੋਰਨ ਕ੍ਰਿਸਚਨ ਹਾਂ, ਬਚਪਨ ਤੋਂ ਸੀ ਪ੍ਰਭੂ ਯਿਸੂ ਮਸੀਹ ਨੂੰ ਜਾਣਦਾ ਸੀ, ਜਾਣਦਾ ਤਾਂ ਸੀ ਪਰ ਪਹਿਚਾਣਦਾ ਨਹੀਂ ਸੀ। ਜਿਸ ਤਰ੍ਹਾਂ ਕੋਈ ਕਾਲਜ ਦੇ ਵਿੱਚ ਦੂਰੋਂ ਜਾਏ ਔਰ ਦੇਖੇ ਕਿ ਪਤਾ ਹੁੰਦਾ ਕਿ ਕਾਲਜ ਦੇ ਵਿੱਚ ਇਹ ਕੋਰਸ ਹੋ ਰਹੇ ਨੇ, ਇਹ ਟ੍ਰੇਨਿੰਗ ਹੁੰਦੀ ਹੈ, ਪਰ ਜਦ ਤੱਕ ਉਹ ਅੰਦਰ ਜਾ ਕੇ ਉਸ ਜਗ੍ਹਾ 'ਤੇ ਐਡਮਿਸ਼ਨ ਨਹੀਂ ਲਵੇਗਾ ਤਦ ਤੱਕ ਉਸਨੂੰ ਸਰਟੀਫਿਕੇਟ ਨਹੀਂ ਮਿਲਣਾ, ਤਦ ਤੱਕ ਉਹਨੂੰ ਜਿਹੜਾ ਹੈ ਸਰਟੀਫਿਕੇਟ ਨਹੀਂ ਮਿਲ ਸਕਦਾ। ਸੋ ਇਸੇ ਤਰ੍ਹਾਂ ਹੀ ਸੀ ਜੋ ਮੈਂ ਵੀ ਯਿਸੂ ਮਸੀਹ ਨੂੰ ਜਾਣਦਾ ਸੀ ਕਿ ਯਿਸੂ ਮਸੀਹ ਜੀਵਤ ਹੈ, ਜ਼ਿੰਦਾ ਹੈ, ਮੁਰਦਿਆਂ ਨੂੰ ਜੀਵਤ ਕੀਤਾ ਹੈ। ਉਸਨੇ ਮੇਰੇ ਵਾਸਤੇ, ਸਾਰੀ ਦੁਨੀਆ ਵਾਸਤੇ ਆਪਣੀ ਜਿਹੜੀ ਜਾਨ ਕਬੂਲੀ ਉਸ 'ਤੇ ਦਿੱਤੀ ਹੈ। ਸੋ ਮੈਂ ਜਾਣਦਾ ਸੀ ਪਰ ਮੈਂ ਪਹਿਚਾਨਿਆ ਨਹੀਂ ਸੀ, ਆਪਣੀ ਜ਼ਿੰਦਗੀ ਵਿੱਚ ਨਹੀਂ ਸੀ ਉਤਾਰਿਆ। ਔਰ 2000 ਜਿਹੜਾ ਸੰਨ ਦੇ ਵਿੱਚ ਮੇਰੀ ਸ਼ਾਦੀ ਹੋਈ। ਉਸ ਤੋਂ ਬਾਅਦ ਮੈਂ ਬਹੁਤ ਜ਼ਿਆਦਾ ਨਸ਼ੇ ਵਿੱਚ ਚਲਾ ਗਿਆ। ਮੈਂ ਡੇਲੀ ਸ਼ਰਾਬ ਪੀਂਦਾ ਸੀ, ਇੰਨੀ ਸ਼ਰਾਬ ਪੀਂਦਾ ਸੀ ਕਿ ਮੈਂ ਅੱਧਾ ਬੋਤਲ ਜਿਹੜੀ ਹੈ ਇੱਕ ਵਾਰੀ ਜਿਹੜੀ ਸੀ ਸ਼ਰਾਬ ਪੀ ਜਾਂਦਾ ਸੀ। ਮੈਂ ਡਾਕਟਰ ਦਾ ਕੰਮ ਕਰਦਾ, ਕਲੀਨਿਕ ਮੈਂ ਚਲਾਉਂਦਾ, ਔਰ ਮੈਂ ਰਾਤ ਨੂੰ ਜਦੋਂ ਆਉਂਦਾ ਸੀ ਦੁਕਾਨ ਤੋਂ, ਮੈਂ ਡੇਲੀ ਹੀ ਸ਼ਰਾਬ ਪੀਣ ਵਾਲਾ ਬੰਦਾ। ਔਰ ਇੱਕ ਦਿਨ ਵੀ ਜਿੱਦਾਂ ਨਹੀਂ ਸੀ ਸ਼ਰਾਬ ਪੀਂਦਾ, ਔਰ ਮੈਂ ਉਸੇ ਦਿਨ ਮੈਨੂੰ ਬਿਲਕੁਲ ਨੀਂਦ ਨਹੀਂ ਸੀ ਆਉਂਦੀ, ਔਰ ਮੈਂ ਡੇਲੀ ਸ਼ਰਾਬ ਪੀਣ ਵਾਲਾ ਬੰਦਾ ਸੀ। ਇੱਕ ਦਿਨ ਸਮੇਂ ਆ ਗਿਆ 2008 ਦੇ ਵਿੱਚ, ਇਸ ਤਰ੍ਹਾਂ ਦੀ ਮੇਰੀ ਹਾਲਾਤ ਹੋ ਗਈ ਕਿ ਮੈਨੂੰ ਜਿਹੜੀ ਉਸ ਸ਼ਰਾਬ ਦੇ ਨਾਲ ਵੀ ਨੀਂਦ ਨਹੀਂ ਸੀ ਆਉਂਦੀ। ਮੈਂ ਹਰ ਵਕਤ ਬੇਚੈਨ ਰਹਿੰਦਾ ਸੀ, ਹਰ ਵਕਤ ਸਟ੍ਰੈਸ ਦੇ ਵਿੱਚ ਰਹਿਣਾ, ਬੇਚੈਨ ਰਹਿੰਦਾ ਸੀ। ਕਿਉਂਕਿ ਬਾਈਬਲ ਦੱਸਦੀ ਹੈ ਕਿ ਪਾਪ ਜਿਹੜਾ ਜ਼ਿੰਦਗੀ ਵਿੱਚ ਕੀ ਲੈ ਕੇ ਆਉਂਦਾ, ਸ਼ਰਮਿੰਦਗੀ ਨੂੰ ਲੈ ਕੇ ਆਉਂਦਾ। ਸੋ ਨੀਤੀ ਵਚਨ 18 ਅਧਿਆਏ 4 ਵਚਨ 'ਚ ਲਿਖਿਆ ਕਿ ਪਾਪ ਜ਼ਿੰਦਗੀ ਵਿੱਚ ਸ਼ਰਮਿੰਦਗੀ ਨੂੰ ਲੈ ਕੇ ਆਉਂਦਾ। ਸੱਚਮੁੱਚ ਪਾਪ ਜਿਹੜਾ ਸੀ ਨਾ ਮੇਰੀ ਜ਼ਿੰਦਗੀ ਵਿੱਚ ਸ਼ਰਮਿੰਦਗੀ ਨੂੰ ਲੈ ਕੇ ਆਇਆ। ਔਰ ਮੈਂ ਸਟ੍ਰੈਸ ਦੇ ਵਿੱਚ ਚਲਾ ਗਿਆ, ਪਾਪ ਦੇ ਵਿੱਚ ਚਲਾ ਗਿਆ, ਔਰ ਬਹੁਤ ਜ਼ਿਆਦਾ ਨਸ਼ੇ ਦੇ ਕਾਰਨ ਮੈਂ ਬਿਮਾਰੀ ਦੇ ਵਿੱਚ ਚਲ ਗਿਆ। ਐਸੀ ਬਿਮਾਰੀ ਮੈਨੂੰ ਲੱਗੀ ਕਿ ਮੈਂ ਪਾਗਲ ਹੋ ਗਿਆ ਸੀ। 2007 ਦੇ ਵਿੱਚ ਮੈਂ ਕੋਰਸ ਕਰ ਰਿਹਾ ਸੀ ਆਰਟ ਐਂਡ ਕਰਾਫਟ ਦਾ, ਟੀਚਰ ਦਾ। ਔਰ ਮੈਂ ਜਦੋਂ ਕਾਲਜ ਜਾਂਦਾ ਸੀ, ਮੈਂ ਸਵੇਰੇ ਘਰੋਂ ਦਵਾਈ ਖਾ ਕੇ ਤੁਰਦਾ ਸੀ, ਫਿਰ ਰਸਤੇ ਵਿੱਚ ਦਵਾਈ ਖਾਣੀ, ਕਾਲਜ ਪਹੁੰਚ ਕੇ ਦਵਾਈ ਖਾਣੀ, ਫਿਰ ਇੱਕ ਪੀਰੀਅਡ ਅਟੈਂਡ ਕਰਕੇ ਦਵਾਈ ਖਾਣੀ। ਕਹਿਣ ਦਾ ਭਾਵ ਲੋਕ ਤਾਂ ਦਿਨ ਵਿੱਚ ਕੋਈ 2 ਵਾਰੀ 4 ਵਾਰੀ 10 ਵਾਰੀ ਦਵਾਈ ਖਾਂਦੇ ਹਨ, ਮੈਂ ਘੱਟੋ ਘੱਟ 15 ਵਾਰ ਦਵਾਈ ਖਾਂਦਾ ਸੀ, ਪਰ ਮੈਨੂੰ ਕੋਈ ਫਰਕ ਨਹੀਂ ਸੀ ਪੈਂਦਾ, ਕੋਈ ਫਰਕ ਨਹੀਂ ਸੀ ਪੈਂਦਾ। ਮੈਂ ਪੂਰੀ ਤਰ੍ਹਾਂ ਪਾਗਲ ਦੀ ਤਰ੍ਹਾਂ ਹੋ ਚੁੱਕਾ ਸੀ। ਮੈਂ ਸੋਚਦਾ ਸੀ ਪ੍ਰਭੂ ਜੀ ਜਿਹੜੇ ਲੋਕਾਂ ਦੀ ਲੱਤ ਟੁੱਟ ਜਾਂਦੀ ਹੈ, ਬਾਂਹ ਟੁੱਟ ਜਾਂਦੀ ਹੈ, ਉਹਨਾਂ ਨੂੰ ਲੋਕਾਂ ਨੂੰ ਪਤਾ ਹੁੰਦਾ ਕਿ ਵਾਕਈ ਇਹਨੂੰ ਸੱਟ ਲੱਗੀ, ਪਰ ਮੈਂ ਤਾਂ ਇਸ ਤਰ੍ਹਾਂ ਦੀ ਬਿਮਾਰੀ ਦੇ ਵਿੱਚ ਹਾਂ ਕਿ ਜਿਹੜਾ ਮੈਂ ਕਿਸੇ ਨੂੰ ਦੱਸ ਵੀ ਨਹੀਂ ਸਕਦਾ, ਕਿਉਂਕਿ ਮੈਂ ਪਾਗਲ ਹੀ ਹੋ ਚੁੱਕਾ ਸੀ, ਬਿਲਕੁਲ ਪਾਗਲੀ ਤਰ੍ਹਾਂ ਸੀ। ਹਰ ਵਕਤ ਸਟ੍ਰੈਸ ਦੇ ਵਿੱਚ ਰਹਿੰਦਾ ਸੀ।
और इत्थों तक कि डॉक्टरों ने कहना कि तू सैर करने वास्ते जाया कर, तेरी छोटी उम्र है, BP बहुत ज़्यादा हाई होंदा है और जिहड़ा तैनूं अटैक होने का खतरा है, हार्ट का तैनूं नुक्स है, सो तू जिहड़ा है सैर करने वास्ते जाया कर, परहेज़ करया कर। मैं सुबह सुबह उठना क्योंकि मैनूं रात नींद आती नहीं सी, सारी रात मैं जागदा रहिंदा सी, सारी रात बस बेचैनी विच रहिंदा सी। और सुबह 5 बजे उठ के मैं अपने घर तो इत्थों तक चर्च तक आउणा दूर तक, और मैनूं तरेली हो जाना, बस मैनूं हुंदी सी मेरी मौत आ, हुणे मेरी मौत है और मैनूं चुक के लैके जाणगे मेरे घर विच, और मैं फिर वापस चले जाना। घरों दवाई खा के तुरदा सी, दवाई खा के जी ना एलप्रैक्स स्ट्रैस की गोली खा के तुरना, फिर जो जाते इतों जाना 5 मिनट फिर जाके गोली खा लैनी। इस तरह जो मैं कॉलेज तुरना जाना, फिर दवाई खानी, रस्ते दवाई खानी, उत्थे जगानी। सो घट्टो घट्ट मैं 10-15 बारी दवाई खाता सी, पर मैनूं कोई फर्क नहीं सी पिया, कोई फर्क नहीं सी पिया। मैं बहुत सारे पास्टरों के कोल प्रार्थना भी करवाइयां, पर कोई फर्क नहीं पिया, क्योंकि बीमारी जिहड़ी सी ना मैनूं सिद्ध करने वास्ते आई सी, और प्रभु का मेरे नाल प्यार सी, मैनूं चुनिया सी अपना दास होने वास्ते। और पवित्र बाइबल दे विच लिखिया है, जिधरों भजन संहिता 103 अध्याय उसकी 3 वचन च लिखिया कि वह तेरी सारियां बदियां जिहड़े सारियां बुराइयां नूं खिमा करता है, तो तेन सारे रोगों तो की करता है, नरोया करता है। तो सचमुच वो बीमारी जिहड़ी सी वो मैनूं प्रभु यीशु मसीह ने अपना दास होने वास्ते चुनना सी, मैनूं सिद्ध करने वास्ते आई सी। और 2014 दे विच 2008 दे विच 14 सितंबर नूं गुरदासपुर दे विच सम्मेलन चल रहा सी। उस जगह पर जो सम्मेलन से उस जगह तो खुदावंद दे जान ने दास ने कहा कि अज तुहाडे कोल समय है, तुसीं प्रभु नूं अपना जीवन दे सकते हो सकता तुहाडी जिंदगी च समा बाद आवे या ना आवे। सो जीजो मैं तुहानूं दसना चाहुंदा हाँ, मैं रोज़ डेली शराब पीने वाला सी। उस वक्त मैं नहीं सी अपने घरदियां ने डिसाइड किया मैं अज तौबा कर लैनी है, प्रभु नूं जीवन दे देना, पर परमेश्वर की आत्मा ने मैनूं उकसाया और मैं उस जगह पर अपना हाथ खड़ा किया, अपने गुनाहों तो पश्चाताप की। और बाइबल में लिखिया है प्रेरितां दे काम उसकी 3 अध्याय उसकी 19 वचन च कि तौबा करो तो मुड़ो तां जो तुहाडे पाप मिटाए जान ते खुदावंद दे हुजूरों सुख दे देवन। सचमुच उही वचन प्रभु ने मेरी जिंदगी में पूरा किया। जो मैं प्रभु ने अपना जीवन दिता उस दिन ही मेरा बपतिस्मा हो गया सी, कन्वेंशन चल रही सी, उस दिन मेरा बपतिस्मा नाल ही हो गया। जब बपतिस्मा होया मैं घरे शाम को जो आया ना, रात पहले तो मैं नींद नहीं सी आती, पर उस रात मैंने इदा की वधिया नींद आई कि मैनू पता ही नहीं चलिया कित्थे रात चल लंघ गई और मैनू सुबह ही जाग आई। कुछ दिन तो बाद की होया कि मेरी बीवी ने जो ट्रेनिंग की सी ANM की, उन्हें अपने साड़ी शादी तो पहले ही उन्हें ट्रेनिंग की सी, पर नौकरी नहीं सी, मैं क्लीनिक चलाता सी। पर वो जी मेरी बीवी ने ट्रेनिंग की सी ANM की, पर उस वक्त की होया कि खुदावंद की कृपा द्वारा पोस्टां निकलियां गुरदासपुर जिले के विच। उदों गुरदासपुर और पठानकोट इक्को ही जिला हुंदा सी, ठीक है ना, 2008 की गल मैं कर रहा, इक्को जिला सी। पठानकोट बाद विच बनिया 2011 दे विच। सो जिहड़ा सी उस वक्त जो पोस्टां निकलियां सिर्फ 70 पोस्टां सी पूरे गुरदासपुर जिले दियां ANM दियां, जिन्हां दे विचों 17 पोस्टां जिस कैटेगरी दे विच BC विच मेरी बीवी ने भरिया सी, उहदे विच सिर्फ 17 पोस्टां सी। और 17 पोस्टां दे विचों जिहड़े सी मेरी बीवी 21वें नंबर ते आई सी, वेटिंग दे विच सी। पर मैं प्रार्थना की प्रभु जी जे नौकरी जी तुसीं मैनूं दो तो मैं पहली तनख्वाह जी है ना प्रभु तुहाडे घर विच दे देवांगा। सो मैं प्रार्थना की सुखना सुखी, जिस तरह हन्ना ने सुखना सुखी सी कि परमेश्वर जो तुसीं मैनूं पुत्र दवो तो मैं तैनूं दे देवांगी। मैं भी परमेश्वर के घर में सुखना सुखी और सच होई सी। जो मैं सुखना सुखी उस रात ही जब मैं प्रार्थना करके लेटिया सी, उस रात परमेश्वर ने मैनूं दर्शन दिते। मैं की देख रहा दर्शन दे विच कि जो इंटरव्यू हुई है, इंटरव्यू के जो आप गए हैं तो इंटरव्यू के उन्होंने सानू रोकिया, उन्होंने रुक जाओ तुहाडी जगह तो कोई आया ही नहीं है, इस करके नौकरी तुहानूं दित्ती गई है। और इस तरह ही होया जो साडी इंटरव्यू हुई 15 अक्तूबर नूं पंचायत भवन गुरदासपुर में इंटरव्यू सी। काफ़ी ऑफिसर बैठे सन, DC बैठे सी, CMO बैठा सी, जिन्हों ने इंटरव्यू लैनी सी। की होया कि जो इंटरव्यू चल रही सी ना 15 नंबर तक जिहड़ियां सन नर्सां जिन्हों ने ट्रेनिंग देनी सी, इंटरव्यू होनी सी, वो आईयां सन। 16 नंबर पर उन्होंने बड़ियां आवाज़ां मारियां भी कोई आया तो नहीं सी। 17 नंबर पर भी कोई नहीं सी आया, 18 पर भी नहीं सी आया, 19 पर भी नहीं सी आया, 20 पर भी नहीं कोई नहीं आया दा सी। और 21वें नंबर पर वेटिंग से मेरी बीवी सी। सो 21वें नंबर पर उन्हें कहा 21 नंबर पर कोई आया, मैं कहा हाँ जी आया जी। और 21 नंबर पर जो इन्हों बुलाया गया तो इन्हों उस नौकरी पर सिलेक्ट किया, क्योंकि परमेश्वर ने पहले मैंने दसिया कि तुहाडी जगह पर कोई आया ही नहीं है, इस करके तुहानूं नौकरी दी गई है। सो परमेश्वर ने नौकरी दी। उस तो बाद मेरा साडा घर नहीं सी, 2 ही कमरे होंदे सी, वो भी बहुत बुरी हालात सी कमरियां दी, पानी खलो जाता सी। और जो प्रभु ने मैं जीवन दिता, प्रभु ने मैंने मेरी नौकरी दी, अच्छा घर दिता। 2009 के ही अच्छा घर बनया।
ਪਲਸਤਰ ਹੋਇਆ, ਫਰਸ਼ ਪਿਆ। ਔਰ ਮੈਂ ਤੁਹਾਨੂੰ ਇੱਕ ਵੱਡਾ ਅਦਭੁਤ ਗਵਾਹੀ ਆਪਣੀ ਜ਼ਿੰਦਗੀ ਦੱਸ ਰਿਹਾ ਕਿ ਜਦੋਂ ਸਾਡਾ ਘਰ ਬਣ ਕੇ ਤਿਆਰ ਹੋ ਗਿਆ, ਲੈਟਰਿੰਗ ਬਾਥਰੂਮ ਰਹਿ ਗਏ ਸਨ ਬਣਨ ਵਾਲੇ, ਲੈਟਰਿੰਗ ਬਾਥਰੂਮ ਬਣਨ ਵਾਲੇ ਰਹਿ ਗਏ ਸਨ। ਤਾਂ ਉਸ ਵਕਤ ਜਿਹੜੇ ਮੇਰੇ ਕੋਲ ਪੈਸੇ ਮੁੱਕ ਗਏ। ਔਰ ਉਸ ਤੋਂ ਬਾਅਦ ਕੀ ਹੋਇਆ ਕਿ ਮੈਂ ਸੋਚਿਆ ਕਿ ਹੁਣ 5000 ਰੁਪਇਆ ਹੋਏ ਤੇ ਲੈਟਰਿੰਗ ਬਾਥਰੂਮ ਤੇ ਵੀ ਜਿਹੜਾ ਲੈਂਟਰ ਪੈ ਸਕਦਾ, ਬਣ ਸਕਦਾ ਹੈ। ਔਰ ਉਸ ਵਕਤ ਮੇਰੀ ਬੀਵੀ ਬਿਲਕੁਲ ਜਿਹੜੀ ਸੀ ਟ੍ਰੇਨ ਤੇ ਜਾਂਦੀ ਸੀ ਪਠਾਨਕੋਟ, ਕਿਉਂਕਿ ਉਹਨਾਂ ਦੀ ਪਠਾਨਕੋਟ ਡਿਊਟੀ ਲੱਗੀ ਸੀ। ਗੁਰਦਾਸਪੁਰ ਉਹਨਾਂ ਨੂੰ ਮੈਂ ਸਟੇਸ਼ਨ ਤੇ ਛੱਡਣ ਜਾਂਦਾ ਸੀ। ਔਰ ਜਦੋਂ ਮੈਂ ਸਟੇਸ਼ਨ ਤੇ ਸਵੇਰੇ ਸਵੇਰੇ ਛੱਡਣ ਗਿਆ ਨਾ, ਇੱਕ ਆਵਾਜ਼ ਮੈਨੂੰ ਆ ਰਹੀ ਸੀ ਸਵਰਗ ਤੋਂ, ਪਰਮੇਸ਼ਵਰ ਦੀ, ਕਿ ਤੂੰ ਆਪਣੇ ATM ਚੈੱਕ ਕਰ। ਔਰ ਮੈਂ ਜਦੋਂ ਆਪਣੀ ਬੀਵੀ ਦੀ, ਕਿਉਂਕਿ ਉਹਨੂੰ ਨੌਕਰੀ ਮਿਲੀ 6000 ਪਹਿਲੀ ਤਨਖਾਹ ਸੀ ਉਹਦੀ, ਕੰਟੈਕਟ ਵੇਚਦੇ ਸੀ। ਔਰ ਜਦੋਂ ਮੈਂ ਜਿਹੜਾ ਸੀ 27-28 ਤਰੀਕ ਸੀ ਉਸ ਦਿਨ, 27 ਤਰੀਕ ਸੀ 28, ਕਿਉਂਕਿ ਤਨਖਾਹ ਪਹਿਲੇ ਆਲਰੇਡੀ ਮਿਲ ਚੁੱਕੀ ਸੀ। ਔਰ ਮੈਂ ਸੋਚਿਆ ਕਿ ਤਨਖਾਹ ਤਾਂ ਸਾਨੂੰ ਮਿਲ ਚੁੱਕੀ ਹੈ, 27-28 ਦੀ ਥੋੜ੍ਹੀ ਤਨਖਾਹ ਪੈ ਜਾਣੀ। ਫਿਰ ਵੀ ਆਵਾਜ਼ ਆ ਰਹੀ ਸੀ ਤੂੰ ਚੈੱਕ ਕਰ। ਜਦੋਂ ਮੈਂ ਸਟੇਸ਼ਨ ਤੇ ਚੈੱਕ ਕੀਤਾ ATM, ਜਦੋਂ ਚੈੱਕ ਕੀਤਾ ਤਾਂ ਵਾਕਈ ਉਹਦੇ ਵਿੱਚ 5000 ਰੁਪਇਆ ਜਿਹੜਾ ਸੀ ਮੇਰੀ ਬੀਵੀ ਦੇ ਖਾਤੇ ਵਿੱਚ ਸੀ। ਮੈਂ ਆਪਣੀ ਬੀਵੀ ਨੂੰ ਫੋਨ ਕੀਤਾ ਕਿ ਤੇਰੇ ਖਾਤੇ ਵਿੱਚ 5000 ਹੈ। ਉਹਨੇ ਆਪਣੇ ਨਾਲ ਦੀਆਂ ਨਰਸਾਂ ਨੂੰ ਫੋਨ ਕੀਤਾ ਕਿ ਸਾਡੇ ਖਾਤੇ 'ਚ 5000 ਹੈ, ਤੁਸੀਂ ਚੈੱਕ ਕਰੋ। ਉਹਨਾਂ ਦੀ ਕਿਸੇ ਦੀ ਵੀ ਕੋਈ ਨਹੀਂ ਸੀ। ਔਰ ਪਰਮੇਸ਼ਰ ਨੇ 5000 ਦਿੱਤਾ, ਕਿਉਂਕਿ ਮੈਨੂੰ ਉਸ ਵਕਤ ਜ਼ਰੂਰਤ ਸੀ। ਜੋ ਬਾਈਬਲ 'ਚ ਲਿਖਿਆ ਹੈ, ਪ੍ਰੇਰਿਤਾਂ ਦੇ ਕੰਮ ਵਚਨ ਸਹਿਤਾ 34 ਅਧਿਆਏ ਉਸ ਦੀ 10 ਵਚਨ 'ਚ, ਕਿ ਸ਼ੇਰ ਬੱਚੇ ਨੂੰ ਗਟੀ ਹੋ ਸਕਦੀ ਹੈ, ਭੁੱਖੇ ਰਹਿ ਜਾਂਦੇ ਨੇ, ਪਰ ਮੇਰੇ ਦਾਸਾਂ ਨੂੰ, ਮੇਰੇ ਤਾਲਿਬਾਂ ਨੂੰ, ਮੇਰੇ ਖੋਜੀਆਂ ਨੂੰ ਕਿਸੇ ਵੀ ਭਲੀ ਵਸਤ ਦੀ ਕੋਈ ਵੀ ਗਟੀ ਨਹੀਂ ਹੋਵੇਗੀ। ਸੋ ਸੱਚਮੁੱਚ ਅਜ਼ੀਜ਼ੋ, ਪਰਮੇਸ਼ਵਰ ਨੇ ਮੈਨੂੰ ਕੋਈ ਵੀ ਗਟੀ ਨਹੀਂ ਰਹਿਣ ਦਿੱਤੀ। ਔਰ ਪਰਮੇਸ਼ਰ ਨੇ ਮੇਰੀ ਬੀਵੀ ਨੂੰ ਨੌਕਰੀ ਸਰਕਾਰੀ ਦਿੱਤੀ, ਘਰ ਦਿੱਤਾ। ਔਰ ਜਿਹੜਾ ਮੈਨੂੰ ਪ੍ਰਭੂ ਨੇ ਪੂਰੀ ਰੀਤੀ ਨਾਲ ਸਵਸਥ ਕੀਤਾ। ਜਿੱਥੇ ਮੈਂ ਇੰਨਾ ਬਿਮਾਰ ਸੀ ਔਰ ਮੈਂ ਰੋਜ਼ ਡੇਲੀ 15 ਵਾਰ ਦਵਾਈ ਖਾਣ ਵਾਲਾ ਬੰਦਾ ਸੀ, ਅੱਜ ਮੈਨੂੰ 14 ਸਾਲ ਤੋਂ ਜ਼ਿਆਦਾ ਹੋ ਚੁੱਕੇ ਨੇ, 15ਵਾਂ ਸਾਲ ਹੈ। ਔਰ ਮੈਂ ਕਿਸੇ ਵੀ ਹੁਣ ਦਵਾਈ ਦਾ ਗੁਲਾਮ ਨਹੀਂ, ਪੂਰੀ ਤਰ੍ਹਾਂ ਮੈਂ ਸਵਸਥ ਹਾਂ, ਪੂਰੀ ਰੀਤੀ ਨਾਲ ਕਿਸੇ ਵੀ ਦਵਾਈ ਦਾ ਗੁਲਾਮ ਨਹੀਂ। ਚਾਹੇ ਮੈਂ ਦਿਨ 'ਚ 10 ਵਾਰੀ ਚਾਹ ਪੀਵਾਂ, ਕਿਸੇ ਤਰ੍ਹਾਂ ਦੀ ਕਦੀ ਵੀ ਹੁਣ ਮੇਰਾ BP ਵਧਿਆ ਨਹੀਂ, ਘਟਿਆ ਨਹੀਂ। ਮੈਂ ਪੂਰੀ ਰੀਤੀ ਨਾਲ ਸਵਸਥ ਹਾਂ। ਹੁਣ ਮੈਂ ਪੂਰੀ ਰੀਤੀ ਨਾਲ, ਪ੍ਰਭੂ ਨੇ ਮੈਨੂੰ ਚੰਗਾ ਕੀਤਾ ਔਰ ਸਵਸਥ ਕੀਤਾ। ਔਰ ਪ੍ਰਭੂ ਨੇ ਮੇਰੀ ਜਿਹੜਾ ਹੈ ਹਾਲਾਤਾਂ ਨੂੰ ਬਦਲਿਆ, ਅੱਛਾ ਕਰ ਦਿੱਤਾ, ਜੋਬ ਵੀ ਦਿੱਤੀ ਗੌਰਮੈਂਟ। ਔਰ ਕਿਸੇ ਵੀ ਤਰ੍ਹਾਂ ਦੀ ਕਿਸੇ ਦੀ ਕੋਈ ਫਰਮਾਇਸ਼ ਨਹੀਂ ਪਾਈ, ਕਿਸੇ ਤਰ੍ਹਾਂ ਦੀ ਕੋਈ ਰਿਸ਼ਵਤ ਨਹੀਂ ਦਿੱਤੀ ਹੈ। ਪਰਮੇਸ਼ਰ ਨੇ ਨੌਕਰੀ ਦਿੱਤੀ ਹੈ, ਕਿਉਂਕਿ ਬਾਈਬਲ 'ਚ ਲਿਖਿਆ ਹੈ ਕਿ ਤੋਬਾ ਕਰੋ ਤੇ ਮੁੜੋ ਤਾਂ ਜੋ ਤੁਹਾਡੇ ਪਾਪ ਮਿਟਾਏ ਜਾਣ ਤੇ ਖੁਦਾਵੰਦ ਦੇ ਹਜ਼ੂਰ ਆਉਣ, ਸੁੱਖ ਦੇ ਦਿਨ ਆਉਣ। ਸੋ ਪਰਮੇਸ਼ਰ ਨੇ ਸੱਚਮੁੱਚ ਸਾਨੂੰ ਸੁੱਖ ਦੇ ਦਿਨ ਦਿੱਤੇ ਨੇ। ਹਾਂਜੀ। ਸੋ ਪਸਤੀ ਮੈਂ ਪੁੱਛਣਾ ਚਾਹੁੰਦਾ ਹਾਂ ਕਿ ਜਿਸ ਤਰ੍ਹਾਂ ਪ੍ਰਭੂ ਨੇ ਤੁਹਾਨੂੰ ਅਦਭੁਤ ਰੀਤੀ ਨਾਲ ਬਲੈਸ ਕੀਤਾ ਹੈ, ਤੁਸੀਂ ਇੱਕ ਕਲੀਨਿਕ ਵੀ ਚਲਾਉਂਦੇ ਹੋ, ਫਿਰ ਕਿੱਦਾਂ ਪਰਮੇਸ਼ਰ ਨੇ ਤੁਹਾਡੇ ਦਿਲ 'ਚ ਇਹ ਗੱਲ ਪਾਈ ਕਿ ਤੁਸੀਂ ਸੇਵਕਾਈ ਕਰਨੀ ਹੈ? ਸੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ 2008 ਦੇ ਵਿੱਚ ਪ੍ਰਭੂ ਨੂੰ ਮੈਂ ਆਪਣਾ ਜੀਵਨ ਦਿੱਤਾ। 2012 ਦੇ ਵਿੱਚ ਮੇਰੀ ਪਤਨੀ ਬਹੁਤ ਜ਼ਿਆਦਾ ਬਿਮਾਰ ਹੋ ਗਈ, ਇੰਨੀ ਬਿਮਾਰ ਕਿ ਸ਼ੁਰੂਆਤੀ ਦੌਰ 'ਚ ਉਹਦੇ ਇੱਕ ਲੱਤ ਵਿੱਚ ਦਰਦ ਸ਼ੁਰੂ ਹੋਈ। ਉਸ ਤੋਂ ਬਾਅਦ ਉਹਦੀ ਦਰਦ ਜਿਹੜੀ ਇੰਨੀ ਵੱਧਦੀ ਗਈ ਕਿ ਉਹਦੀ ਦੋਨੇ ਲੱਤਾਂ ਜਿਹੜੀਆਂ ਸਨ ਚੱਲ ਨਹੀਂ ਸੀ ਸਕਦੀ। 2012 ਦੇ ਵਿੱਚ ਚੱਲਣਾ ਮੁਸ਼ਕਲ ਹੋ ਗਿਆ। ਔਰ 2012 ਦੇ ਵਿੱਚ ਫਿਰ ਮੈਂ ਉਸਦੇ ਨਾਲ ਡਿਊਟੀ 'ਤੇ ਪਠਾਨਕੋਟ ਜਾਂਦਾ ਸੀ, ਮੋਟਰਸਾਈਕਲ 'ਤੇ, ਬਾਈਕ 'ਤੇ ਉਹਨੂੰ ਨਾਲ ਲੈ ਕੇ ਜਾਣਾ। ਔਰ ਉਸ ਜਗ੍ਹਾ 'ਤੇ ਜਦੋਂ ਡਿਸਪੈਂਸਰੀ ਨੂੰ ਮੈਂ ਤਾਰਨਾ, ਔਰ ਡਿਸਪੈਂਸਰੀ ਤਾਰਨ ਤੋਂ ਬਾਅਦ ਮੈਂ ਯਿਸੂ ਮਸੀਹ ਦਾ ਕੰਮ ਸ਼ੁਰੂ ਕੀਤਾ। ਪ੍ਰਭੂ ਨੇ ਮੈਨੂੰ ਕਿਹਾ ਕਿ ਤੂੰ ਮੇਰਾ ਕੰਮ ਕਰ। ਮੈਂ ਟ੍ਰੇਨਾਂ ਵਿੱਚ ਜਾ ਕੇ ਯਿਸੂ ਮਸੀਹ ਦਾ ਪ੍ਰਚਾਰ ਕੀਤਾ, ਬੱਸਾਂ ਵਿੱਚ ਪ੍ਰਚਾਰ ਕੀਤਾ, ਲੋਕਾਂ ਦੇ ਘਰ ਇੱਕ ਘਰ ਜਾ ਕੇ ਯਿਸੂ ਮਸੀਹ ਦੇ ਬਾਰੇ ਲੋਕਾਂ ਨੂੰ ਦੱਸਿਆ। ਮੈਂ ਲੋਕਾਂ ਨੂੰ ਜਾ ਕੇ ਦੱਸਿਆ ਕਿ ਤੁਸੀਂ ਯਿਸੂ ਮਸੀਹ ਦੇ ਬਾਰੇ ਜਾਣਦੇ ਹੋ, ਉਹ ਜੀਵਤ ਹੈ, ਉਹ ਜ਼ਿੰਦਾ ਹੈ, ਉਸਨੇ ਮੇਰੇ ਵਾਸਤੇ, ਤੁਹਾਡੇ ਵਾਸਤੇ, ਪੂਰੀ ਦੁਨੀਆ ਵਾਸਤੇ ਆਪਣੀ ਜਾਨ ਦਿੱਤੀ। ਉਹ ਕਿਸੇ ਧਰਮ ਜਾਤ ਬਦਲਣ ਵਾਸਤੇ ਨਹੀਂ, ਜ਼ਿੰਦਗੀਆਂ ਨੂੰ ਬਦਲਣ ਵਾਸਤੇ ਆਇਆ ਹੈ ਪਰਮੇਸ਼ਵਰ। ਔਰ ਮੈਂ ਯਿਸੂ ਮਸੀਹ ਦਾ ਪ੍ਰਚਾਰ ਕੀਤਾ। ਪ੍ਰਭੂ ਨੇ ਮੇਰੇ ਦੁਆਰਾ ਵੱਡੇ ਅਦਭੁਤ ਕੰਮ ਵੀ ਕੀਤੇ। ਇੱਕ ਵਾਰੀ ਮੈਂ ਕਿਸੇ ਦੇ ਘਰ ਪੜੋਲੀ ਖੁਰਦ ਦੇ ਵਿੱਚ ਪ੍ਰਚਾਰ ਕਰ ਰਿਹਾ ਸੀ, ਘਰ ਪ੍ਰਚਾਰ ਕਰ ਰਿਹਾ ਸੀ। ਔਰ ਇੱਕ ਘਰ ਦੇ ਵਿੱਚ ਗਿਆ, ਉਸ ਜਗ੍ਹਾ 'ਤੇ ਜਿਹੜੇ ਸੀ ਬਹੁਤ ਜ਼ਿਆਦਾ ਉਹ ਦੁੱਖ ਵਿੱਚ ਸਨ, ਉਦਾਸੀ ਵਿੱਚ ਸਨ, ਬਿਮਾਰ ਸਨ, ਕਿਉਂਕਿ ਉਸ ਭਾਈ ਜਿਹੜਾ ਸੀ ਉਹ ਕੋੜ ਦੀ ਤਰ੍ਹਾਂ, ਜਿਸ ਤਰ੍ਹਾਂ ਕੋੜ ਹੀ ਹੁੰਦਾ ਨੇ, ਇਸ ਤਰ੍ਹਾਂ ਕੋੜ ਵਾਂਗੂ ਦੇ ਸਾਰੇ ਸਰੀਰ ਦੇ ਵਿੱਚੋਂ ਪਾਣੀ ਚੜ ਰਿਹਾ ਸੀ, ਸੁੱਕ ਚੁੱਕਾ ਸੀ। ਉਹਨੇ ਕਿਹਾ ਸੀ ਬਹੁਤ ਜ਼ਿਆਦਾ ਦਵਾਈ ਖਾਧੀ ਹੈ, ਬੜੇ ਡਾਕਟਰਾਂ ਕੋਲ, ਅੰਮ੍ਰਿਤਸਰ ਵੀ, PGI ਵੀ ਖਾਧੀ ਹੈ। ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਵਿਸ਼ਵਾਸ ਕਰੋ, ਯਿਸੂ ਮਸੀਹ ਤੁਹਾਨੂੰ ਚੰਗਾ ਕਰ ਸਕਦਾ ਹੈ ਜੇ ਤੁਸੀਂ ਵਿਸ਼ਵਾਸ ਕਰੋਗੇ। ਮੈਂ ਉਹਨਾਂ ਨੂੰ ਯਿਸੂ ਮਸੀਹ ਦੇ ਬਾਰੇ ਦੱਸਿਆ। ਉਹਨਾਂ ਨੂੰ ਮੈਂ ਤੇਲ ਮਸਾ ਕਰਕੇ ਦਿੱਤਾ, ਔਰ ਉਹਨੂੰ ਮੈਂ ਜਿਹੜਾ ਜਲ ਮਸਾ ਕਰਕੇ ਦਿੱਤਾ। ਉਸ ਤੋਂ ਬਾਅਦ ਜਦੋਂ ਮੈਂ 1 ਹਫ਼ਤੇ ਬਾਅਦ ਗਿਆ ਨਾ, ਉਹ ਬਹੁਤ ਖੁਸ਼ ਸਨ। ਉਹਨੇ ਕਿਹਾ ਕਿ ਸਾਨੂੰ 25% ਜਿਹੜਾ ਹੈ ਸਾਨੂੰ ਫਰਕ ਪੈ ਚੁੱਕਾ ਹੈ। ਸੋ ਉਸ ਤੋਂ ਬਾਅਦ ਜਦੋਂ ਮੈਂ ਅਗਲੇ ਹਫ਼ਤੇ ਗਿਆ, ਉਹ ਬੜੇ ਖੁਸ਼ ਸਨ, ਕਹਿੰਦੇ 50% ਅਸੀਂ ਠੀਕ ਹੋ ਚੁੱਕੇ ਹਾਂ। ਉਸ ਤੋਂ ਬਾਅਦ ਜਦੋਂ ਜਿਹੜੇ ਸੀ ਅਗਲੇ ਹਫ਼ਤੇ ਗਿਆ, ਉਹ ਇੰਨੇ ਖੁਸ਼ ਸਨ, ਕਹਿੰਦੇ ਸਾਨੂੰ 100 ਦਾ 100% ਅਸੀਂ ਪੂਰੀ ਤਰ੍ਹਾਂ ਕੀ ਹਾਂ, ਸਵਸਥ ਹਾਂ। ਸੋ ਉਸ ਜਗ੍ਹਾ 'ਤੇ ਪ੍ਰਭੂ ਨੇ ਵੱਡੇ ਅਦਭੁਤ ਤਰੀਕੇ ਨਾਲ ਮੈਨੂੰ ਇਸਤੇਮਾਲ ਕੀਤਾ। ਵੱਡੀਆਂ ਪ੍ਰਭੂ ਨੇ ਗਵਾਹੀਆਂ ਪੈਦਾ ਕੀਤੀਆਂ, ਵੱਡੇ ਕੰਮ ਕੀਤੇ ਪ੍ਰਭੂ ਨੇ। ਔਰ ਇਸ ਤਰ੍ਹਾਂ ਜਿਹੜਾ ਸੀ ਮੈਨੂੰ ਪ੍ਰਭੂ ਨੇ ਆਪਣੇ ਕੰਮ ਵਾਸਤੇ ਚੁਣਿਆ। ਮੇਰਾ ਵੀ ਉਤਸ਼ਾਹ ਵਧਿਆ ਕਿ ਪ੍ਰਭੂ ਮੈਨੂੰ ਇਸਤੇਮਾਲ ਕਰ ਰਿਹਾ ਹੈ, ਮੇਰੇ ਦੁਆਰਾ ਪ੍ਰਭੂ ਰੋਗੀਆਂ ਨੂੰ ਚੰਗੇ ਕਰ ਰਿਹਾ ਹੈ। ਹਾਲੇਲੂਇਆ।
ਸੋ ਪਾਸਟਰ ਜੀ, ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਪੰਜਾਬ ਦੇ ਵਿੱਚ, ਇੰਡੀਆ ਦੇ ਵਿੱਚ ਜਿਹੜੀ ਕ੍ਰਿਸਚੀਅਨਿਟੀ ਹੈ ਬਹੁਤ ਤੇਜ਼ੀ ਨਾਲ ਫੈਲ ਰਹੀ ਹੈ, ਕਿਉਂਕਿ ਬਾਈਬਲ 'ਚ ਲਿਖਿਆ ਜਦੋਂ ਤੁਸੀਂ ਸੱਚ ਨੂੰ ਜਾਣੋਗੇ ਸੱਚ ਤੁਹਾਨੂੰ ਆਜ਼ਾਦ ਕਰੇਗਾ। ਜਿੱਦਾਂ ਜਿੱਦਾਂ ਲੋਕਾਂ ਨੂੰ ਹੁਣ ਸੱਚ ਪਤਾ ਲੱਗਦਾ ਪਿਆ ਆ, ਲੋਕ ਮਸੀਹ ਦੇ ਵਿੱਚ ਆ ਰਹੇ, ਪਰਮੇਸ਼ਰ ਨੂੰ ਕਬੂਲ ਕਰ ਰਹੇ। ਉਹਦੇ ਨਾਲ ਦੇ ਨਾਲ ਕੁਝ ਲੋਕ ਇਹ ਵੀ ਕਹਿੰਦੇ ਕਿ ਪੈਸੇ ਦੇ ਕੇ ਧਰਮ ਪਰਿਵਰਤਨ ਕਰਦੇ ਆ। ਕਿ ਤੁਸੀਂ ਜਦੋਂ ਪਰਮੇਸ਼ਰ ਦੇ ਵਿੱਚ ਆਏ ਜਾਂ ਤੁਹਾਡੀ ਸੇਵਕਾਈ ਦੇ ਵਿੱਚ ਅੱਜ ਤੱਕ ਤੁਸੀਂ ਕਦੀ ਇਦਾਂ ਦੇਖਿਆ ਹੋਏ ਕਿ ਪੈਸੇ ਦੇ ਕੇ ਧਰਮ ਪਰਿਵਰਤਨ ਕਰਦੇ? ਇਹ ਬਿਲਕੁਲ ਸਭ ਝੂਠ ਹੈ, ਬੇਬੁਨਿਆਦ ਗੱਲਾਂ ਨੇ। ਪੈਸੇ ਨਾਲ ਕਿਸੇ ਦਾ ਜੀਵਨ ਨਹੀਂ ਬਦਲ ਸਕਦਾ। ਪੈਸੇ ਦੇ ਨਾਲ ਡਾਕਟਰ ਤੇ ਲੋਕਾਂ ਨੂੰ ਲੱਖਾਂ ਰੁਪਏ ਡਾਕਟਰਾਂ ਨੂੰ ਦਿੰਦੇ ਨੇ, ਇਲਾਜ ਕਰਵਾਉਂਦੇ ਨੇ, ਪਰ ਡਾਕਟਰ ਕਿਸੇ ਦੀ ਜ਼ਿੰਦਗੀ ਨਹੀਂ ਬਚਾ ਸਕਦੇ, ਕਿਸੇ ਨੂੰ ਠੀਕ ਨਹੀਂ ਕਰ ਸਕਦੇ, ਤੰਦਰੁਸਤੀ ਨਹੀਂ ਦੇ ਸਕਦੇ। ਤੰਦਰੁਸਤੀ ਸਿਰਫ ਤੇ ਸਿਰਫ ਯਿਸੂ ਦੇ ਕੋਲ ਹੈ। ਪ੍ਰਭੂ ਦੇ ਸਕਦਾ, ਪ੍ਰਭੂ ਜ਼ਿੰਦਗੀ ਨੂੰ ਚੇਂਜ ਕਰਦਾ ਹੈ। ਪ੍ਰਭੂ ਯਿਸੂ ਮਸੀਹ ਕਿਸੇ ਧਰਮ ਜਾਤ ਬਦਲਣ ਵਾਸਤੇ ਨਹੀਂ ਆਏ, ਨਾ ਉਹਨਾਂ ਨੇ ਕੋਈ ਧਰਮ ਬਣਾਇਆ। ਸੋ ਜੀ ਜੋ ਤੁਹਾਨੂੰ ਦੱਸਣਾ ਮੰਗਦਾ, ਯਿਸੂ ਮਸੀਹ ਕਿਸੇ ਧਰਮ ਜਾਤ ਬਦਲਣ ਵਾਸਤੇ ਨਹੀਂ, ਉਹ ਜ਼ਿੰਦਗੀਆਂ ਨੂੰ ਚੇਂਜ ਕਰਨ ਵਾਸਤੇ ਆਏ ਨੇ। ਉਹ ਜਿੰਨਾ ਪਿਆਰ ਹਿੰਦੂਆਂ ਨਾਲ ਕਰਦੇ ਨੇ ਓਨਾ ਹੀ ਸਿੱਖਾਂ ਨਾਲ ਵੀ ਕਰਦੇ ਨੇ, ਜਿੰਨਾ ਪ੍ਰਭੂ ਯਿਸੂ ਮਸੀਹ ਮੁਸਲਮਾਨਾਂ ਨਾਲ ਪਿਆਰ ਕਰਦੇ ਨੇ ਓਨਾ ਹੀ ਜੈਨੀਆਂ ਬੋਧੀਆਂ ਨਾਲ ਕਰਦੇ ਨੇ। ਉਹ ਬਾਈਬਲ ਦੇ ਵਿੱਚ ਕਿਤੇ ਵੀ ਇੱਕ ਸ਼ਬਦ ਨਹੀਂ ਐਸਾ ਲਿਖਿਆ ਗਿਆ ਕਿ ਯਿਸੂ ਮਸੀਹ ਈਸਾਈਆਂ ਦੇ ਵਾਸਤੇ ਹੈ। ਈਸਾਈਆਂ ਦੇ ਬਾਰੇ ਇੱਕ ਸ਼ਬਦ ਵੀ ਨਹੀਂ ਲਿਖਿਆ। ਸਿਰਫ ਬਾਈਬਲ ਦੇ ਵਿੱਚ ਯੂਹੰਨਾ ਦੀ ਇੰਜੀਲ 3 ਅਧਿਆਇ 16 ਵਚਨ 'ਚ ਲਿਖਿਆ ਹੈ ਕਿ ਪਰਮੇਸ਼ਰ ਨੇ ਜਗਤ ਦੇ ਨਾਲ ਐਸੀ ਪਿਆਰ ਕੀਤਾ, ਐਸੀ ਮੁਹੱਬਤ ਕੀਤੀ ਹੈ ਕਿ ਉਸਨੇ ਆਪਣਾ ਇਕਲੌਤਾ ਬੇਟਾ ਬਖਸ਼ ਦਿੱਤਾ ਤਾਂ ਜੋ ਕੋਈ ਵੀ ਉਸ 'ਤੇ ਈਮਾਨ ਲਿਆਵੇਗਾ ਉਹ ਹਲਾਕ ਨਹੀਂ ਹੋਵੇਗਾ, ਸਦਾ ਦਾ ਜੀਵਨ। ਜੋ ਕੋਈ ਕਿਸੇ ਵੀ ਜਾਤੀ ਨਾਲ ਸੰਬੰਧਿਤ ਹੋ ਸਕਦਾ ਹੈ, ਜੋ ਵੀ ਈਮਾਨ ਲੈ ਕੇ ਆਵੇਗਾ ਉਹ ਸਦਾ ਦਾ ਜੀਵਨ ਪਾਵੇਗਾ। ਇਸ ਕਰਕੇ ਪ੍ਰਭੂ ਯਿਸੂ ਮਸੀਹ ਧਰਮ ਬਦਲਣ ਵਾਸਤੇ ਨਹੀਂ, ਜ਼ਿੰਦਗੀਆਂ ਨੂੰ ਚੇਂਜ ਕਰਨ ਵਾਸਤੇ ਆਏ ਨੇ। ਉਹ ਅੱਜ ਵੀ ਵੱਡੀ ਗਿਣਤੀ ਵਿੱਚ ਲੋਕ ਪ੍ਰਭੂ ਨੂੰ ਸਵੀਕਾਰ ਕਰ ਰਹੇ ਨੇ। ਸੋ ਪਾਸਟਰ ਜੀ, ਅਸੀਂ ਦੇਖਦੇ ਹਾਂ ਕਿ ਜਦੋਂ ਇੱਕ ਬੰਦਾ ਮਸੀਹ ਦੇ ਵਿੱਚ ਆਉਂਦਾ, ਖਾਸ ਕਰਕੇ ਜਦੋਂ ਸੇਵਕਾਈ ਦੇ ਵਿੱਚ ਆਉਂਦਾ ਹੈ, ਤਾਂ ਉਹਦਾ ਵਿਰੋਧ ਹੋਣਾ ਸ਼ੁਰੂ ਹੋ ਜਾਂਦਾ ਹੈ। ਕਿ ਤੁਹਾਡੀ ਜ਼ਿੰਦਗੀ 'ਚ ਕਦੀ ਇਦਾਂ ਹੋਇਆ ਹੋਵੇ ਕਿ ਤੁਹਾਡਾ ਕਦੀ ਵਿਰੋਧ ਹੋਇਆ ਹੋਵੇ? ਬਹੁਤ ਜ਼ਿਆਦਾ ਵਿਰੋਧ ਹੋਇਆ ਜੀ, ਬਹੁਤ ਜ਼ਿਆਦਾ ਵਿਰੋਧਤਾ ਦੇ ਵਿੱਚੋਂ ਦੀ ਲੰਘਿਆ। 2012 ਦੇ ਵਿੱਚ ਮੇਰੀ ਬੀਵੀ ਬਿਮਾਰ ਹੋ ਗਈ। ਉਸ ਤੋਂ ਬਾਅਦ ਮੈਂ ਜਿਹੜਾ ਸੀ ਘਰਾਂ 'ਚ ਜਾ ਕੇ ਯਿਸੂ ਮਸੀਹ ਦਾ ਪ੍ਰਚਾਰ ਕਰਨਾ ਸ਼ੁਰੂ ਕੀਤਾ। ਔਰ 2014 ਵਿੱਚ ਇਸ ਤਰ੍ਹਾਂ ਦੀ ਹਾਲਾਤ ਹੋ ਗਈ ਸੀ ਮੇਰੀ ਬੀਵੀ ਦੀ ਕਿ ਇੱਕ ਜਿਹੜੀ ਸੀ ਕਦਮ ਵੀ ਅੱਗੇ ਨਹੀਂ ਸੀ ਚੱਲ ਸਕਦੀ। 3 ਮਹੀਨੇ ਪੂਰੀ ਰੀਤੀ ਨਾਲ ਉਹ ਜਿਹੜੀ ਮੰਜੀ 'ਤੇ ਸੀ, ਉੱਤੇ ਹੀ ਟੋਇਲਟ ਵੀ, ਬਾਥਰੂਮ ਸੀ। ਔਰ ਬਹੁਤ ਸਾਰੇ ਲੋਕਾਂ ਨੇ ਮੈਨੂੰ ਆਣ ਕੇ ਕਿਹਾ ਕਿ ਨਹੀਂ ਯਿਸੂ ਮਸੀਹ ਨੇ ਤੁਹਾਨੂੰ ਕੀ ਦਿੱਤਾ ਹੈ, ਇੰਨੀ ਬਿਮਾਰ ਹੈ, ਚਲੋ ਕਿਸੇ ਬਾਬੇ ਦੇ ਕੋਲ ਚਲੇ ਜਾਓ, ਕਿਸੇ ਬਾਬੇ ਕੋਲ, ਤਾਂਤਰਿਕ ਕੋਲ ਚਲੇ ਜਾਓ। ਮੈਂ ਨਹੀਂ, ਉਹ ਮੇਰਾ ਪ੍ਰਭੂ ਹੈ, ਮੈਨੂੰ ਜੀਵਨ ਦੇ ਸਕਦਾ ਹੈ ਤੇ ਮੇਰੀ ਬੀਵੀ ਨੂੰ ਕਿਉਂ ਨਹੀਂ? ਉਹਨੂੰ ਵੀ ਚੰਗਾ ਕਰੇਗਾ ਕਿਉਂਕਿ ਮੇਰਾ ਪਰਮੇਸ਼ਵਰ ਹੈ, ਉਹ ਜੀਵਤ ਪਰਮੇਸ਼ਰ ਹੈ। ਪਵਿੱਤਰ ਬਾਈਬਲ 'ਚ ਲਿਖਿਆ, ਚੱਖੋ ਤੇ ਵੇਖੋ ਉਹ ਭਲਾ ਹੈ। ਮੈਂ ਚੱਖ ਚੁੱਕਾ ਸੀ, ਮੈਂ ਦੇਖ ਚੁੱਕਾ ਸੀ ਸਵਾਦ। ਮੈਂ ਜਾਣਦਾ ਸੀ ਕਿ ਯਿਸੂ ਜੀਵਤ ਪਰਮੇਸ਼ਰ ਹੈ। ਜੇ ਮੈਨੂੰ ਚੰਗਾ ਕਰ ਸਕਦਾ ਇਹਦੀ ਵੱਡੀ ਬਿਮਾਰੀ ਤੋਂ ਮੇਰੀ ਬੀਵੀ ਨੂੰ ਕਿਉਂ ਨਹੀਂ? ਮੈਂ ਕਿਉਂ ਚੰਗਾ ਕਰੇ ਜਾਂ ਨਾ ਕਰੇ, ਉਹ ਮੇਰਾ ਪਰਮੇਸ਼ਰ ਹੈ। तो उस तो बाद की होया कि प्रभु ने उसनों भी जीवन दिता, प्रभु यीशु मसीह ने पूरी तरह स्वस्थ किया। और एक बार की होया कि जो प्रभु यीशु मसीह ने मैनू कहा कि मैं तेन चुनिया है अपना दास होने वास्ते, मैनू की होया कि मैं अपनी जो हाले बिस्तर पर लेटिया ही हाँ। लेटन तो बाद की होया कि एक दूत स्वर्ग तो आया और दूत ने मेरे जी आत्मा जी मेरे शरीर में बाहर कड्डी। और मैं की देख रहा कि मेरी जी बॉडी जी है बिस्तर उत्ते पई है, पर मैं दूत के लागे खड़ा। दूत ने मेरा हथ फड़िया, असीं उड उड के उपर जा रहे हैं समान ते। जो उपर गए हैं मैं की देखदा कि उस जगह ते एक बहुत ही जी सुंदर जगह वा, स्वर्ग दे विच प्रभु यीशु मसीह नूं परमेश्वर लै गए, दूत लैके गए। और उन्होंने कहा कि तुसीं जो कुछ भी धरती उत्ते करदे हो सब कुछ तुहाडा रिकॉर्डिंग हो रहा है, रिकॉर्डिंग हो रहा। मैं उन्होंने पूछा कि मेरे दसो मेरा की रिकॉर्डिंग होया। मैंने एक स्थान उत्ते लैके उत्थे आवाज़ां रिकॉर्डिंग होईयां सन। और उन्होंने जिन्नी मैं प्रार्थना की सी ना, मेरी सारी आवाज़ रिकॉर्डिंग हुई सी। किन्ना चिर प्रार्थना की है, किन्ने घंटे प्रार्थना की, किन्ने मिनट प्रार्थना की है, मेरा सारा टाइम नोट होया सी। उन्हें क्या देख ला ये नोट होया है, वो सारी रिकॉर्ड मेरी आवाज़ जी रिकॉर्डिंग हुई दी सी। और उन्होंने कहा जो तुसीं धरती ते करदे हो तुहाडे सब दी फिल्म बन रही है, तुहाडी सब दी जिहड़ी स्कैनिंग हो रही है और इसे आधार ते तुहाडा लेखा भी एक दिन होना है। सो पास्टर जी, असीं तुहाडा बहुत बहुत धन्नवाद करते हैं, तुसीं अपना कीमती समय दिता। जय मसीह की। जय मसीह की जी। प्रभु आपको बहुत बहुत बरकत। थैंक यू। सो जिस तरह तुसीं देखिया कि किद्दां परमेश्वर ने इन्हां दे जीवन दे विच काम कीता और अज परमेश्वर इन्हां नूं डिप्रैशन तो, पागलपन तो आज़ाद किया। और अज परमेश्वर ने इन्हां दी ड्यूटी लगाई आ, ये लोगों को परमेश्वर का सुसमाचार सुना रहे हैं और परमेश्वर के कामां नूं कर रहे हैं। मेरा विश्वास आ इस जीवित गवाही के द्वारा परमेश्वर तुहाडे जीवन दे विच एक वड्डा बदलाव लैके आएगा। सारिआं नूं जय मसीह। तो मेरे प्रिय भाई बहनों, अभी आपने एक बहुत बड़ी अद्भुत गवाही को सुना। तो मेरा विश्वास है इस अद्भुत गवाही के द्वारा परमेश्वर आपके जीवनों में 100 गुना फलों को लेकर आएगा।
आप इस गवाही को अपने दोस्तों के साथ और फैमिली मेम्बर्स के साथ शेयर ज़रूर करें, ताकि वो भी जान सके कि परमेश्वर कैसे लोगों के जीवन में अद्भुत काम कर रहा है। तो आप हमारे चैनल गवाह यीशुदे को सब्सक्राइब ज़रूर कर लें, ताकि आने वाले दिनों में आप परमेश्वर के और गवाहों के साथ मिल सकें। अगर आप भी अपनी टेस्टमनी हमारे साथ शेयर करना चाहते हैं तो नीचे आपको एक ईमेल आईडी दिखाई दे रही होगी, आप उस ईमेल आईडी पर अपनी डिटेल्स को शेयर कर दें, हम आपसे कांटेक्ट ज़रूर करेंगे। तो मेरा विश्वास है परमेश्वर आपके जीवनों को सेम नहीं रहने देगा। गॉड ब्लेस यू ऑल। सभी को जय मसीह की। ਅਸੀਂ ਯਿਸੂ ਦੇ ਅਸੀਂ ਹਾਂ ਗਵਾਹ ਯਿਸੂ ਦੇ।